नमस्कार दोस्तों, मैं राजेश अरोड़ा और तुसी देख रहे हो प्रोग्राम आओ कुछ बात करें। जिस तरह कि तुसी जानते हो कि इस प्रोग्राम ਦੇ ਵਿੱਚ ਅਸੀਂ ਅਲੱਗ-ਅਲੱਗ ਸ਼ਖਸੀਅਤ ਨੂੰ ਬੁਲਾਉਂਦੇ ਹਾਂ, ਤੁਹਾਡੇ ਰੂਬਰੂ ਕਰਾਉਂਦੇ ਹਾਂ। ਸਾਡੇ ਅੱਜ ਦੇ ਮਹਿਮਾਨ ਨੇ ਸਰਦਾਰ ਆਰਪੀ ਸਿੰਘ ਜੀ ਮੈਨੀ, ਜੋ ਕਿ भाजपा ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਚੁੱਕੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਪ੍ਰਦੇਸ਼ ਦੇ ਪ੍ਰਵਕਤਾ ਵੀ ਨੇ। ਉਹਨਾਂ ਨਾਲ ਗੱਲ ਕਰਾਂਗੇ ਕਿਉਂ ਛੱਡੀ ਬੀਜੇਪੀ और क्यों अकाली दल ही चुनी, की कारण रहे राजनीतिक सफर ਨੂੰ ਲੈ ਕੇ ਤੇ ਹੋਰ ਵੀ ਚਰਚਾ ਕਰਾਂਗੇ। ਸਭ ਤੋਂ ਪਹਿਲੇ ਤੇ ਮੈਨੀ ਸਾਹਿਬ ਸਟੂਡੀਓ ਵਿੱਚ ਆਉਂਦੇ ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ ਅਰੋੜਾ ਸਾਹਿਬ। ਰਾਜਨੀਤਿਕ ਸਫਰ ਦੀ ਗੱਲ ਕਰਾਂਗੇ। ਸਭ ਤੋਂ ਪਹਿਲੇ ਕਿਸ ਤਰ੍ਹਾਂ ਸ਼ੁਰੂ ਕੀਤਾ, ਕਿੱਥੋਂ ਸ਼ੁਰੂ ਕੀਤਾ ਔਰ ਕਿਹੜੀ ਪਾਰਟੀ ਤੋਂ ਸ਼ੁਰੂ ਕੀਤਾ? ਅਰੋੜਾ ਸਾਹਿਬ, ਮੇਰਾ ਪਰਿਵਾਰ ਨਸ਼ਹਿਰਾ ਪਨੂਆ ਨੂੰ ਮੈਂ ਬਿਲੋਂਗ ਕਰਦਾ ਜੀ। ਮੇਰਾ ਪਰਿਵਾਰ ਉੱਥੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਬਹੁਤ ਪੁਰਾਣੇ ਸਮੇਂ ਤੋਂ ਜੀ। 2001 'ਚ ਅਨਿਲ ਜੋਸ਼ੀ ਜੀ ਦੇ ਨਾਲ ਮੇਰੀ ਮੁਲਾਕਾਤ ਹੋਈ। ਉਸ ਤੋਂ ਬਾਅਦ ਜਿਵੇਂ ਉਹਨਾਂ ਦੇ ਸੁਭਾਅ ਵਧੀਆ ਸੁਭਾਅ ਹੋਣ ਕਰਕੇ, ਯਾਰੀ ਦੋਸਤੀ ਕਰਕੇ, ਪ੍ਰੇਮ ਪਿਆਰ ਵਧਣ ਕਰਕੇ ਫਿਰ ਉਹਨਾਂ ਨੇ ਮੈਨੂੰ ਸ਼ੁਰੂਆਤ 'ਚ ਹੀ ਬੀਜੇਪੀ ਜੁਆਇਨ ਕਰਨ ਬਾਰੇ ਕਿਹਾ, ਪਰ ਮੈਂ ਸ਼ੁਰੂਆਤ 'ਚ ਤਾਂ ਨਹੀਂ ਉਹਨਾਂ ਦਾ ਇਸ ਗੱਲ ਦੇ ਵਿੱਚ ਸਮਰਥਨ ਕੀਤਾ। ਪਰ ਜਿਵੇਂ ਜਿਵੇਂ ਬੰਦਾ ਕਿਸੇ ਨੂੰ ਮਿਲਦਾ, ਉਹਨਾਂ ਦੀ ਪ੍ਰੇਰਨਾ ਦੇ ਨਾਲ ਮੈਂ ਫਿਰ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ। 2003 'ਚ ਮੈਂ ਉਦੋਂ ਜ਼ਿਲ੍ਹਾ ਤਰਨਤਾਰਨ ਨਹੀਂ ਬਣਿਆ ਸੀ ਅਤੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਸੀ, ਉਹਦਾ ਮੈਂ ਜਨਰਲ ਸਕੱਤਰ ਬਣਿਆ। ਉਹ ਜ਼ਿਲ੍ਹਾ ਪ੍ਰਧਾਨ ਸੀ ਅਨਿਲ ਜੋਸ਼ੀ ਜੀ, ਅਤੇ ਉਹਨਾਂ ਦੇ ਨਾਲ ਮੈਂ ਜਨਰਲ ਸਕੱਤਰ ਦੇ ਤੌਰ 'ਤੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਜੀ। ਫਿਰ ਸਮਾਂ ਲੰਘਦਾ ਗਿਆ ਜੀ। ਉਸ ਤੋਂ ਬਾਅਦ ਅੰਮ੍ਰਿਤਸਰ ਆਉਣ ਦਾ ਮੌਕਾ ਮਿਲਿਆ। ਅਨਿਲ ਜੋਸ਼ੀ ਜੀ ਨੇ ਅੰਮ੍ਰਿਤਸਰ ਤੋਂ ਆ ਕੇ ਇਲੈਕਸ਼ਨ ਲੜੀ, ਉਹਨਾਂ ਦੇ ਨਾਲ ਹੀ ਅੰਮ੍ਰਿਤਸਰ ਵੀ ਆਇਆ ਜੀ ਮੈਂ। 2005 'ਚ ਉਹਨਾਂ ਨੂੰ ਜੇਤਲੀ ਸਾਹਿਬ ਨੇ ਕਿਹਾ ਕਿ ਤੁਸੀਂ ਅੰਮ੍ਰਿਤਸਰ ਸ਼ਿਫਟ ਕਰੋ, ਅਤੇ ਇੱਥੇ ਰਾਜਨੀਤੀ ਕਰਨ ਬਾਰੇ ਉਹਨਾਂ ਨੇ ਸਾਨੂੰ ਭੇਜਿਆ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅਨਿਲ ਜੋਸ਼ੀ ਜੀ 2007 'ਚ ਹਲਕਾ ਨੌਰਥ ਤੋਂ ਇਲੈਕਸ਼ਨ ਲੜੇ, ਉਹਨਾਂ ਦੇ ਨਾਲ ਮੈਂ ਉਹਨਾਂ ਦਾ ਇਲੈਕਸ਼ਨ ਇੰਚਾਰਜ ਵੀ ਸੀ ਮੈਂ ਉਸ ਸਮੇਂ ਜੀ। ਅਤੇ ਉਸ ਤੋਂ ਬਾਅਦ ਮੈਨੂੰ ਤਰਨਤਾਰਨ ਵਿੱਚ ਜ਼ਿਲ੍ਹਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ। ਮੈਂ 5 ਸਾਲ ਲਗਾਤਾਰ ਤਰਨਤਾਰਨ ਦਾ ਜ਼ਿਲ੍ਹਾ ਪ੍ਰਧਾਨ ਰਿਹਾ। ਉਸ ਤੋਂ ਬਾਅਦ ਕਮਲ ਸ਼ਰਮਾ ਜੀ ਦੇ ਆਉਣ ਦੇ ਉੱਤੇ ਫਿਰ ਮੈਨੂੰ ਪ੍ਰਦੇਸ਼ ਦਾ ਪ੍ਰਵਕਤਾ ਬਣਾਇਆ ਭਾਰਤੀ ਜਨਤਾ ਪਾਰਟੀ ਨੇ ਜੀ। ਭਾਰਤੀ ਜਨਤਾ ਪਾਰਟੀ ਨੇ ਹੀ ਮੈਨੂੰ ਨਾਮ ਵੀ ਦਿੱਤਾ, ਪਹਿਚਾਣ ਵੀ ਦਿੱਤੀ ਜੀ। ਇੱਕ ਸਵਾਲ ਤੁਸੀਂ ਪੁੱਛਣਾ ਸੀ, ਮੈਂ ਆਪ ਹੀ ਇਸ ਗੱਲ ਦਾ ਕਹਿ ਦਿੰਦਾ ਕਿ ਕੋਈ ਵੀ ਪਾਰਟੀ ਜਿੱਥੇ ਤੁਸੀਂ ਆਪਣੀ ਲਾਈਫ ਦਾ ਗੋਲਡਨ ਪੀਰੀਅਡ ਲਾਇਆ ਹੋਵੇ, ਕਿਸੇ ਲਈ ਛੱਡਣੀ ਸੌਖੀ ਨਹੀਂ ਹੁੰਦੀ ਜੀ। ਅਤੇ ਉਹ ਪਾਰਟੀ ਜਿੱਥੇ ਤੁਸੀਂ 20 ਸਾਲ ਲਾਤੇ ਹੋਣ ਅਤੇ ਕਿਸੇ ਅਜਿਹੀ ਸ਼ਖਸੀਅਤ ਦੇ ਨਾਲ ਲਾਤੇ ਹੋਣ ਕਿ ਜਿਹਨੂੰ ਤੁਸੀਂ ਬਹੁਤ ਪ੍ਰੇਮ ਕਰਦੇ ਹੋ, ਜਿਹਦੇ ਨਾਲ ਤੁਹਾਡਾ ਦਿਲੀ ਸਾਂਝ ਹੋਵੇ ਜੀ, ਉਸ ਬੰਦੇ ਨੂੰ ਵੀ ਛੱਡਣਾ ਅਤੇ ਉਸ ਪਾਰਟੀ ਨੂੰ ਵੀ ਛੱਡਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਕੀ ਹਾਲਾਤ ਆਏ ਫਿਰ? ਹਾਲਾਤ ਇਹ ਸੀ ਕਿ ਪਾਰਟੀ 'ਚ ਵਨ ਵੇ ਟ੍ਰੈਫਿਕ ਹੋ ਗਿਆ ਸੀ, ਹੁਣ ਵੀ ਹੈਗਾ, ਸ਼ਾਇਦ ਕੋਈ ਉਹਨੂੰ ਮਹਿਸੂਸ ਕਰਦਾ ਹੋਵੇ ਕਿ ਨਾ ਮਹਿਸੂਸ ਕਰਦਾ ਹੋਵੇ। ਕਮਲ ਸ਼ਰਮਾ ਜੀ ਦੇ ਜਾਣ ਤੋਂ ਬਾਅਦ ਪਾਰਟੀ 'ਚ ਅਜਿਹਾ ਖਲਾਅ ਆ ਕਿ ਉੱਥੇ ਕੋਈ ਵੀ ਵਰਕਰ ਦੀ ਸੁਣਵਾਈ ਨਹੀਂ ਹੈਗੀ। ਉੱਥੇ ਜਿਹੜੀ ਆਪਣੀ ਪਰਸਨਲ ਪਸੰਦ ਨਾਪਸੰਦ, ਧੜੇਬਾਜ਼ੀ, ਉਹਨਾਂ ਸਾਰੀਆਂ ਚੀਜ਼ਾਂ ਕਰਕੇ ਤੁਸੀਂ ਸੋਚ ਲਓ ਕਿ ਅਜਿਹਾ ਮਾਹੌਲ ਬਣਿਆ ਕਿ ਪਾਰਟੀ 'ਚ ਥੱਲੇ ਜਿਹੜੀ ਆਵਾਜ਼ ਹੈ ਨਾ, ਉੱਪਰ ਤੱਕ ਜਾਂਦੀ ਨਹੀਂ ਹੈ। ਵਰਕਰ ਦੀ ਆਵਾਜ਼ ਨਹੀਂ ਜਾਂਦੀ, ਪਾਰਟੀ ਛੱਡਣ ਦਾ ਕਾਰਨ ਇਹ ਰਿਹਾ? ਨਹੀਂ, ਪਾਰਟੀ ਛੱਡਣ ਦਾ ਵਨ ਆਫ ਦੀ ਰੀਜ਼ਨ ਹੈ ਜੀ, ਮੇਨ ਕਾਰਨ ਇਹ ਨਹੀਂ ਰਿਹਾ ਜੀ। ਪਾਰਟੀ 'ਚ ਜਦੋਂ ਤੁਹਾਡੀ ਗੱਲ ਕੋਈ ਸੁਣਦਾ ਹੀ ਨਹੀਂ ਹੈ, ਤੁਹਾਡੀ ਪਾਰਟੀ ਦੇ ਵਿੱਚ ਕੋਈ ਤੁਹਾਡੀ ਗੱਲ ਨੂੰ ਐਕਨੋਲਜ ਨਹੀਂ ਕਰਦਾ, ਕੋਈ ਤੁਹਾਡੀ ਗੱਲ ਨੂੰ ਜੋ ਤੁਸੀਂ ਪਾਰਟੀ ਨੂੰ ਕਹਿੰਦੇ ਜੇ ਕਿ ਤੁਸੀਂ ਇਹ ਕਰੰਟ ਅਫੇਅਰ ਆ ਚੱਲ ਰਿਹਾ, ਇਸ ਦੇ ਉੱਤੇ ਪਾਰਟੀ ਨੂੰ ਤੁਸੀਂ ਆਗਾਹ ਕਰ ਦਿਓ ਕਿ ਆਹ ਜਿਹੜੇ ਮਸਲੇ ਨਾਲ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਅਤੇ ਆਪਾਂ ਇਸ ਮਸਲੇ ਨੂੰ ਇਸ ਤਰ੍ਹਾਂ ਹੱਲ ਕਰ ਸਕਦੇ ਹਾਂ। ਅਤੇ ਜਦੋਂ ਪਾਰਟੀ ਉਹਦੇ ਵੱਲ ਕੋਈ ਅਟੈਂਸ਼ਨ ਨਹੀਂ ਦਿੰਦੀ ਅਤੇ ਫਿਰ ਮਜਬੂਰ ਹੋ ਕੇ ਮੈਂ ਜਦੋਂ ਇਹ ਚੀਜ਼ਾਂ ਕਿਸਾਨੀ ਬਿੱਲ ਜਦੋਂ ਆਏ, ਮੈਂ ਬੀਇੰਗ ਏ ਐਡਵੋਕੇਟ ਇਹਨੂੰ ਪੜ੍ਹਿਆ ਵੀ, ਇਹਦੀਆਂ ਸਾਰੀਆਂ ਬਰੀਕੀਆਂ ਨੂੰ ਵੇਖਿਆ ਵੀ, ਆਪਣੀ ਪਾਰਟੀ ਨੂੰ ਇਹ ਤੋਂ ਆਗਾਹ ਵੀ ਕੀਤਾ ਕਿ ਆਹ ਚੀਜ਼ਾਂ ਇੱਕ ਇਹੋ ਜਿਹੀਆਂ ਹੈਗੀਆਂ ਕਿ ਜਿਹਦੇ ਨਾਲ, ਕਿਉਂਕਿ ਸੈਂਟਰ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਬੜੇ ਜਿਹੜੇ ਕੀ ਕਹਿੰਦੇ ਉਹਨੂੰ ਪ੍ਰਚੰਡ ਬਹੁਮਤ ਨਾਲ ਜੀ। ਉਹਨਾਂ ਨੂੰ ਮੈਂ ਗੱਲ ਸਮਝਾਈ, ਕਹਿਣ ਦੀ ਕੋਸ਼ਿਸ਼ ਵੀ ਕੀਤੀ ਕਿ ਮੋਦੀ ਸਾਹਿਬ ਦਾ ਨਾਂ ਲੋਕ ਪਿੰਡਾਂ 'ਚ ਲੈਣ ਲੱਗ ਗਏ। ਕਰੋਨਾ ਕਾਲ 'ਚ ਸਿੱਧੇ ਕਿਸਾਨਾਂ ਦੇ ਖਾਤੇ 'ਚ ਪੈਸੇ ਆਏ ਅਤੇ ਲੋਕ ਮੋਦੀ ਸਾਹਿਬ ਦਾ ਨਾਂ ਲੈਣ ਲੱਗ ਗਏ ਪਿੰਡਾਂ 'ਚ। ਅਤੇ ਇਹ ਜਿਹੜੇ ਕਿਸਾਨੀ ਦੇ 3 ਬਿੱਲ ਆ ਰਹੇ ਆ, ਇਹ ਬਿੱਲ ਅਜਿਹੇ ਇੰਨੇ ਹਾਨੀਕਾਰਕ ਆ ਕਿ ਇਹਨਾਂ ਨੇ ਕਿਸਾਨੀ ਦਾ ਲੱਕ ਤੋੜ ਦੇਣਾ
ਜੀ ਤੇ ਜੇ ਆਪਾਂ ਪੰਜਾਬ ਦੀ ਰਾਜਨੀਤੀ ਕਰਨੀ ਆ, ਪੰਜਾਬ ਦੀ ਰਾਜਨੀਤਿਕ ਫਿਜ਼ਾ 'ਚ ਰਹਿਣਾ ਤੇ ਪੰਜਾਬ ਦੇ ਲੋਕਾਂ ਦੀਆਂ ਹੀ ਵੋਟਾਂ ਲੈ ਕੇ ਆਪਾਂ ਰਾਜਨੀਤੀ ਕਰਨੀ ਆ, ਆਪਾਂ ਸੋਚਦੇ 117 ਸੀਟਾਂ ਦੇ ਇਲੈਕਸ਼ਨ ਲੜਨੀ ਹੈ, ਜੀ ਕਿਸ ਤਰ੍ਹਾਂ ਲੜਾਂਗੇ? ਆਪਾਂ ਸਿਰਫ 23 ਸੀਟਾਂ ਦੇ ਇਲੈਕਸ਼ਨ ਲੜਦੇ ਹਾਂ, ਉਹਨਾਂ 'ਚ ਅਰਬਨ ਆ ਤੇ ਸੈਮੀ ਅਰਬਨ ਏਰੀਆ ਹੈਗੇ ਆ। ਬਿਲਕੁਲ ਪੇਂਡੂ ਖੇਤਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਲੰਬਾ ਚੌੜਾ ਐਡੀ ਗੱਲਬਾਤ ਹੈ ਨਹੀਂ ਆ। ਸ਼੍ਰੋਮਣੀ ਅਕਾਲੀ ਦਲ ਨਾਲ ਉਹਨਾਂ ਦਾ ਗੱਠਜੋੜ ਸੀ, ਇਸ ਲਈ ਕੰਮ ਚੱਲੀ ਜਾ ਰਿਹਾ ਸਾਰੇ ਪੰਜਾਬ 'ਚ। ਪਰ ਬੀਜੇਪੀ ਦੇ ਵਰਕਰਾਂ ਦੀ, ਲੀਡਰਾਂ ਦੀ ਸਦਾ ਹੀ ਇਹ ਤਾਂਘ ਰਹੀ ਵੀ ਅਸੀਂ ਇਕੱਲਿਆਂ ਇਲੈਕਸ਼ਨ ਲੜਨੀ। ਉਹਦੇ ਸਬੰਧ ਦੇ ਵਿੱਚ ਇਹ ਬਹੁਤ ਵਧੀਆ ਮੌਕਾ ਸੀ ਕਿ ਉਹ ਕਿਸਾਨਾਂ ਦੀ ਗੱਲ ਕਰਦੇ, ਪੰਜਾਬ ਦੇ ਲੋਕਾਂ ਦੀ ਗੱਲ ਕਰਦੇ, ਦਿੱਲੀ ਡੈਲੀਗੇਸ਼ਨ ਲੈ ਕੇ ਜਾਂਦੇ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਘੱਟੋ ਘੱਟ ਪੰਜਾਬ ਦੇ ਲੋਕਾਂ ਦੀ ਆਵਾਜ਼ ਦਿੱਲੀ ਲੀਡਰਸ਼ਿਪ ਤੱਕ ਪਹੁੰਚਾਓ ਜੀ, ਪਰ ਇਹਨਾਂ ਦੀ ਉੱਥੇ ਕੋਈ ਸੁਣਵਾਈ ਨਹੀਂ ਹੈਗੀ। ਯਾਨੀ ਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਬੀਜੇਪੀ ਦੀ ਹੈ, ਉਹਦੀ ਸੈਂਟਰ ਦੀ ਲੀਡਰਸ਼ਿਪ ਦੀ ਸੁਣਵਾਈ ਨਹੀਂ ਸੀ। ਕੋਈ ਨਹੀਂ, ਇਹ ਡੰਮੀ ਲੀਡਰਸ਼ਿਪ ਹੈ ਬਿਲਕੁਲ, ਜੀ ਕੋਈ ਸੁਣਵਾਈ ਨਹੀਂ ਇੱਥੇ। ਸਿਰਫ ਆਪਣੇ ਚਹੇਤਿਆਂ ਨੂੰ ਵੀ ਅੰਨਾ ਵੰਡੇ ਰੂੜੀਆਂ ਮੁੜ ਮੁੜ ਆਪਣਿਆਂ ਨੂੰ, ਕੋਈ ਕਿਸੇ ਦੀ ਤੁਸੀਂ ਕਹਿ ਰਹੇ ਹੋ ਕਿ ਮੈਰਿਟ ਨੂੰ ਇਗਨੋਰ ਕਰਕੇ। ਆਰਪੀ ਮੈਨੀ ਨੇ ਪਾਰਟੀ ਛੱਡਣ ਦਾ ਕਾਰਨ ਇਹੀ ਅਸੀਂ ਸਮਝੀਏ ਕਿ ਕਿਸਾਨਾਂ ਦੇ ਤਿੰਨ ਕ੍ਰਿਸ਼ੀ ਕਾਨੂੰਨ ਨੂੰ ਲੈ ਕੇ ਤੁਸੀਂ ਖਪਾ ਸੀ ਔਰ ਇਸ ਕਰਕੇ ਤੁਸੀਂ ਪਾਰਟੀ ਨੂੰ ਅਲਵਿਦਾ ਕਰ ਦਿੱਤਾ। ਉਹਦੇ ਨਾਲ ਹੀ ਉਸ ਸਮੇਂ ਹੀ ਜੰਮੂ ਕਸ਼ਮੀਰ 'ਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਦੇਣ ਦਾ ਮਸਲਾ ਵੀ ਚੱਲ ਰਿਹਾ ਸੀ ਜੀ। ਉਹਦੇ ਲਈ ਵੀ ਮੈਂ ਪਾਰਟੀ ਨੂੰ ਚਿੱਠੀ ਲਿਖੀ, ਪਾਰਟੀ ਨੂੰ ਦੱਸਿਆ ਕਿ ਜੰਮੂ ਕਸ਼ਮੀਰ ਨੂੰ ਹੁਣ ਆਪਾਂ 370 ਤੋੜ ਕੇ ਯੂਟੀ ਬਣਾ ਦਿੱਤਾ ਜੀ ਤੇ ਜੇ ਆਪਾਂ ਕਿਸੇ ਮਾਂ ਬੋਲੀ ਨੂੰ ਛੱਡ ਕੇ ਉਹਦੀ ਅੱਗੇ ਬੱਚਿਆਂ ਨੂੰ ਐਕਨੋਲਜ ਕਰ ਰਹੇ ਹਾਂ, ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦੇ ਰਹੇ ਹਾਂ, ਤੇ ਆਪਾਂ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਕਿਉਂ ਨਹੀਂ ਦਿਆਂਗੇ? ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਪੰਜਾਬੀ JNK 'ਚ ਬੋਲੀ ਜਾ ਰਹੀ ਹੈ ਤੇ ਫਿਰ ਆਪਾਂ ਹੁਣ ਉਹਨੂੰ ਇਗਨੋਰ ਕਿਉਂ ਕਰੀਏ? ਸਾਡੇ ਦੋ ਮੁੱਦੇ ਸੀ। ਇਸ ਮੁੱਦੇ ਦੇ ਉੱਤੇ ਮੈਂ ਮਲਵਿੰਦਰ ਕਾਂਗਰੀ ਜਿਹੜੇ ਜਨਰਲ ਸਕੱਤਰ, ਉਹ ਵੀ ਬਾਅਦ 'ਚ ਛੱਡ ਗਏ BJP, ਉਹਨਾਂ ਨੂੰ ਵੀ ਮੈਂ ਕਿਹਾ ਕਿ ਇਹ ਇੱਕ ਤੁਹਾਡੀ ਨਹੀਂ ਸੁਣਵਾਈ ਉੱਥੇ ਹੁੰਦੀ ਨਾ ਹੋਵੇ। ਤੁਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕੀ ਹੈ, ਤੁਸੀਂ ਲੋਕਾਂ ਦੀ ਆਵਾਜ਼ ਦਿੱਲੀ ਲੀਡਰਸ਼ਿਪ ਤੱਕ ਪਹੁੰਚਾਈ ਹੈ। ਤੁਸੀਂ ਕਿੰਨੀ ਵਾਰ ਡੈਲੀਗੇਸ਼ਨ ਲੈ ਕੇ ਉੱਥੇ ਗਏ ਜੇ, ਤੁਸੀਂ ਕਿੰਨੀ ਵਾਰ ਪੰਜਾਬ ਦੇ ਕਿਸਾਨ ਮੋਰਚੇ ਨੂੰ ਕਿਹਾ ਕਿ ਆਪਾਂ ਲੋਕਾਂ ਨੂੰ ਇਸੇ ਬਾਰੇ ਜਾਗਰਤ ਕਰੀਏ। ਜਦੋਂ ਸਾਰਾ ਮਸਲਾ ਭਖ ਚੁੱਕਾ ਸੀ, ਗੱਲ ਇਹਨਾਂ ਦੇ ਹੱਥੋਂ ਬਾਹਰ ਨਿਕਲ ਗਈ, ਫਿਰ ਇਹਨਾਂ ਨੇ ਮੰਤਰੀਆਂ ਲੀਡਰਾਂ ਨੂੰ ਲੋਕਾਂ ਤੱਕ ਭੇਜਣਾ ਸ਼ੁਰੂ ਕੀਤਾ ਇਸ ਬਿੱਲ ਦੇ ਫਾਇਦੇ ਸਮਝਾਉਣ ਵਾਸਤੇ, ਤੇ ਲੋਕਾਂ ਨੇ ਅੱਗੋਂ ਇਹਨਾਂ ਨੂੰ ਇੱਟੇ ਰੋੜੇ ਮਾਰੇ, ਡਾਂਗਾ ਮਾਰ ਕੇ ਭਜਾਇਆ। ਇਸ ਤੋਂ ਪਹਿਲਾਂ ਬੜਾ ਹੀ ਇੱਕ ਗੋਲਡਨ ਓਪਰਚੁਨਿਟੀ ਸੀ BJP ਵਾਸਤੇ ਆਪਣਾ ਵਿਸਥਾਰ ਕਰਨ ਦੀ, ਪਿੰਡਾਂ 'ਚ ਪਹੁੰਚਣ ਵਾਸਤੇ, ਪਰ ਉਹਨਾਂ ਨੇ ਮੌਕਾ ਗਵਾਇਆ। ਉਹਨਾਂ ਨੂੰ ਬਾਰ-ਬਾਰ ਆਗਾਹ ਵੀ ਕੀਤਾ ਕਿ ਇਹ ਇੱਕ ਅਜਿਹਾ ਮੁੱਦਾ ਵਾ ਜਿਹੜਾ ਸਾਰੇ ਸਾਂਝਾ ਵਾ, ਸਾਰੇ ਵਰਗਾਂ ਦਾ ਸਾਂਝਾ। ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਜਿਹੜੀ ਅਮੈਂਡਮੈਂਟ ਆ, ਉਹਦਾ ਨੁਕਸਾਨ ਇਕੱਲਾ ਪੇਂਡੂਆਂ ਜਾਂ ਕਿਸਾਨਾਂ ਨੂੰ ਨਹੀਂ ਆ, ਤੁਹਾਨੂੰ, ਮੈਨੂੰ, ਇਸ ਸ਼ਹਿਰ ਦੇ ਹਰ ਵਸਿੰਦੇ ਨੂੰ ਆ। ਜਿਹੜਾ ਰੋਟੀ ਖਾਂਦਾ ਉਹ ਹਰ ਬੰਦੇ ਨੂੰ ਉਸ ਚੀਜ਼ ਦਾ ਨੁਕਸਾਨ ਹੋਣ ਜਾ ਰਿਹਾ। ਜੀ। ਪਰ ਇਹਨਾਂ ਦੀ ਨਾ ਕੋਈ ਸੁਣਵਾਈ ਸੀ, ਨਾ ਇਹਨਾਂ ਨੇ ਇਸ ਗੱਲ ਨੂੰ ਸੀਰੀਅਸਲੀ ਲਿਆ, ਨਾ ਸਿੰਸੀਅਰਿਟੀ ਨਾਲ ਇਸ ਗੱਲ ਨੂੰ ਐਡਰੈਸ ਹੀ ਨਹੀਂ ਕੀਤਾ, ਇਸ ਇਸ਼ੂ ਨੂੰ। ਉਹਨਾਂ ਨੂੰ ਲੱਗਦਾ ਹੀ ਨਹੀਂ ਸੀ ਕਿ ਇਸ਼ੂ ਇੱਥੋਂ ਤੱਕ ਪਹੁੰਚੂਗਾ। ਮੈਂ ਨਹੀਂ ਸਰ, ਇੱਕ ਗੱਲ ਸਮਝਣੀ ਪੈਂਦੀ, ਇਹ ਤੇ ਗੱਲ ਤੁਹਾਡੇ ਕੋਲ ਪਤਾ ਲੱਗ ਗਈ ਕਿ ਤੁਸੀਂ 3 ਕ੍ਰਿਸ਼ੀ ਕਾਨੂੰਨ ਤੋਂ ਖਫਾ ਸੀ ਔਰ ਜਿਹੜੀ ਕਿਸਾਨਾਂ ਦੀ ਤੁਸੀਂ ਇੱਕ ਵੇਖੇ ਵਿਰੋਧਤਾ, ਉਹਨੂੰ ਮੱਦੇਨਜ਼ਰ ਰੱਖ ਕੇ ਛੱਡੀ। ਲੇਕਿਨ ਅਕਾਲੀ ਦਲ ਵੀ ਤਾਂ ਕਿਸਾਨ ਦੋਸ਼ੀ ਮੰਨਦੇ ਪਏ ਨੇ। ਦੇਖੋ, ਮੈਂ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰਨ ਬਾਰੇ ਸੋਚਿਆ, ਉਸ ਤੋਂ ਪਹਿਲਾਂ ਜਦੋਂ ਮੈਂ ਭਾਰਤੀ ਜਨਤਾ ਪਾਰਟੀ ਨੂੰ ਛੱਡਿਆ, ਮੈਂ ਤੁਹਾਨੂੰ ਪਹਿਲਾਂ ਦੱਸਿਆ ਛੱਡਣਾ ਕਿਸੇ ਪਾਰਟੀ ਨੂੰ ਛੱਡਣਾ ਸੌਖਾ ਨਹੀਂ ਹੁੰਦਾ। ਫਿਰ ਉਸ ਪਾਰਟੀ ਨੂੰ ਜਿਹਨੇ ਤੁਹਾਨੂੰ ਪਹਿਚਾਣ ਦਿੱਤੀ ਹੋਵੇ, ਆਰਪੀ ਸਿੰਘ ਮੈਣੀ ਨੂੰ ਨਾਮ ਹੀ ਬਣਾਇਆ ਹੋਵੇ ਜਿਸ ਪਾਰਟੀ ਨੇ, ਪਰ ਅਸੂਲੋਂ पे आए आँच तो टकराना ਜ਼ਰੂਰੀ ਹੈ। ਅਗਰ ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ। ਜੇ ਜ਼ਿੰਦਾ ਹੈਗੇ, ਜੇ ਤੁਹਾਡੇ 'ਚ ਫੀਲਿੰਗਸ ਹੈਗੀਆਂ, ਜੇ ਤੁਸੀਂ ਕੋਈ ਗੱਲ ਰੱਖਣ ਦੀ ਤੁਹਾਨੂੰ ਰੱਬ ਨੇ ਤੌਫੀਕ ਦਿੱਤੀ ਹੈ, ਤੇ ਆਪਣੀ ਗੱਲ ਰੱਖੋ ਜੀ, ਠੀਕ ਹੈ ਜੀ। ਮੈਂ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨਾਲ ਵੀ ਗੱਲ ਕੀਤੀ, ਉਹਨਾਂ ਨੂੰ ਸਮਝਾਇਆ, ਪਰ ਕਿਸੇ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਿਸੇ ਨੇ ਇਸ ਇਸ਼ੂ ਨੂੰ ਸੀਰੀਅਸਲੀ ਨਹੀਂ ਲਿਆ। ਫਿਰ ਜੇ ਲਿਆ ਤੇ ਫਿਰ ਉਸ ਟਾਈਮ 'ਤੇ ਲਿਆ ਜਦੋਂ ਇਹਨਾਂ ਦੇ ਹੱਥ 'ਚੋਂ ਗੱਲ ਨਿਕਲ ਚੁੱਕੀ ਸੀ। ਇਹ ਬੇਵਾਸੀ ਨਜ਼ਰ ਆਏ ਮੈਨੂੰ, ਕਿਸੇ ਦੀ ਗੱਲ ਕੋਈ ਉੱਥੇ ਦਿੱਲੀ ਇਹਨਾਂ ਦੀ ਸੁਣਵਾਈ ਨਹੀਂ ਹੈਗੀ, ਕੋਈ ਇਹਨਾਂ ਨੂੰ ਸਮਝਦੇ ਨਹੀਂ ਉਹ ਕੁਛ ਜੀ। ਫਿਰ ਨੈਸ਼ਨਲ ਪਾਰਟੀ ਛੱਡ ਕੇ ਜੀ, ਤੇ ਬੰਦਾ ਸੋਚਦਾ ਵੀ ਮੈਂ ਹੁਣ ਕੀ ਕਰਨਾ। ਫਿਰ ਮੈਨੂੰ ਆਮ ਆਦਮੀ ਪਾਰਟੀ ਦਾ ਵੀ ਆਫਰ ਆਈ ਜੀ, ਉਹਨਾਂ ਦੇ ਵੀ ਲੀਡਰਾਂ ਨਾਲ ਮੇਰੀ ਗੱਲਬਾਤ ਹੋਈ। ਕਾਂਗਰਸ 'ਚ ਮੈਂ ਕਦੀ ਜਾ ਨਹੀਂ ਸਕਦਾ ਜੀ। ਫਿਰ ਉਹਦੇ 'ਚ ਆਪਸ਼ਨ 2 ਰਹਿ ਜਾਂਦੀਆਂ ਸੀ, ਅਕਾਲੀ ਦਲ ਤੇ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦਾ ਸਟੈਂਡ ਹਰ ਜਗ੍ਹਾ ਵੱਖੋ ਵੱਖਰਾ ਹੋਊਗਾ,
ਉਹ ਦਿੱਲੀ 'ਚ ਰਾਜ ਕਰਦੇ, ਉਹਨਾਂ 'ਚ ਦਿੱਲੀ ਦਾ ਵੱਖਰਾ ਸਟੈਂਡ ਆ। ਹਰਿਆਣੇ 'ਚ ਸਾਡਾ ਉਹਨਾਂ ਨਾਲ ਪਾਣੀ ਦਾ ਮਸਲਾ, ਹਰਿਆਣੇ ਨਾਲ ਉੱਥੇ ਉਹਨਾਂ ਦਾ ਵੱਖਰਾ ਸਟੈਂਡ ਆ। ਪੰਜਾਬ ਯੂਨਿਟ ਦਾ ਵੱਖਰਾ ਸਟੈਂਡ ਆ ਜੀ। ਇਸ ਲਈ ਜਿਹੜਾ ਸਾਡੇ ਰਾਜ ਦੇ, ਸਾਡੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਜਿਹੜੀ ਪਾਰਟੀ ਨਹੀਂ ਕਰ ਸਕਦੀ, ਜਿਹਨੇ ਪੈਰ ਪੈਰ 'ਤੇ ਆਪਣਾ ਸਟੈਂਡ ਚੇਂਜ ਕਰਨਾ ਜੀ, ਇਸ ਲਈ ਉਸ ਪਾਰਟੀ ਨਾਲ ਜਾਣ ਦਾ ਵੀ ਸਵਾਲ ਨਹੀਂ ਪੈਦਾ ਹੁੰਦਾ ਸੀ। ਫਿਰ ਸ਼੍ਰੋਮਣੀ ਅਕਾਲੀ ਦਲ ਇਹੋ ਜਿਹੀ ਪਾਰਟੀ ਹੈ, ਇੱਕ ਸਭ ਤੋਂ ਪੁਰਾਣੀ ਪਾਰਟੀ ਰੀਜਨਲ ਹੈ, ਜਿਹਨੂੰ 100 ਸਾਲ ਪਿਛਲੇ ਸਾਲ ਪੂਰੇ ਹੋਏ ਆ, ਜਿਹਦਾ ਇਤਿਹਾਸ ਸ਼ਹਾਦਤਾਂ ਸੰਘਰਸ਼ ਨਾਲ ਭਰਿਆ, ਜਿਨ੍ਹਾਂ ਨੇ ਸਿੱਖਾਂ ਦੀ, ਕਿਸਾਨਾਂ ਦੀ, ਪੰਜਾਬੀਆਂ ਦੀ ਗੱਲ ਕੀਤੀ ਆ, ਉਹਨਾਂ ਦੇ ਮੁੱਦੇ ਦੇ ਉੱਤੇ ਸੰਘਰਸ਼ ਕੀਤੇ ਆ, ਮੋਰਚੇ ਲਾਏ ਆ ਜੀ। ਇਸ ਲਈ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ। ਮੈਂ ਇੱਥੇ ਇੱਕ ਗੱਲ ਤੁਹਾਨੂੰ ਜਾਣਨਾ ਚਾਹੁੰਦਾ ਕਿ ਕਿਆ ਇਹ ਸ਼ਹਾਦਤ ਵਾਲੀ ਗੱਲ 100 ਸਾਲਾ ਪੁਰਾਣੀ ਪਾਰਟੀ ਦੀ ਗੱਲ ਉਦੋਂ ਨਹੀਂ ਸੀ ਤੁਹਾਨੂੰ ਪਤਾ ਜਦੋਂ ਤੁਹਾਡੇ 'ਤੇ ਗੋਲੀकांड ਵੇਲੇ ਤੁਸੀਂ ਆਪ ਵੀ ਘਾਇਲ ਹੋਏ, ਅਨਿਲ ਜੋਸ਼ੀ ਦੇ ਤੁਸੀਂ ਸਾਥੀ ਸੀ, ਉਹਨਾਂ ਦੀ ਗੱਡੀਆਂ ਜਲਾਈਆਂ ਗਈਆਂ, ਔਰ ਤੁਸੀਂ ਮੀਡੀਆ 'ਚ ਵੀ ਕਿਹਾ ਕਿ ਇਹ ਗੁੰਡਾ ਤੱਤ ਦੇ ਵਾਲੀ ਪਾਰਟੀ ਹੈ। ਕਿਆ ਹੁਣ ਤੁਹਾਨੂੰ ਉਹ ਪਾਰਟੀ ਵਧੀਆ ਲੱਗਣ ਲੱਗ ਪਈ, ਉਦੋਂ ਪਾਰਟੀ ਗਲਤ ਸੀ? ਦੇਖੋ ਅਰੋੜਾ ਸਾਹਿਬ, ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਪਾਰਟੀ ਦੀ ਵਿਚਾਰਧਾਰਾ ਮਾੜੀ ਨਹੀਂ ਹੁੰਦੀ ਜੀ, ਉਹਨੂੰ ਚਲਾਉਣ ਵਾਲੇ ਲੋਕ, ਉੱਥੋਂ ਦੀ ਯੂਨਿਟ ਦੇ ਲੋਕ, ਉਸ ਮੌਜੂਦਾ ਪ੍ਰਸਥਿਤੀ ਦੇ ਵਿੱਚ ਜਿਹੜੇ ਲੋਕ ਉਸ ਸਮੇਂ ਉਹਨੂੰ ਲੀਡ ਕਰ ਰਹੇ ਸੀ, ਉਹਨਾਂ ਨਾਲ ਸਾਡਾ ਪਾਰਟੀ ਲੈਵਲ ਦੇ ਉੱਤੇ ਸੰਘਰਸ਼ ਹੋਇਆ, ਉਹਨਾਂ ਨਾਲ ਲੜਾਈ ਹੋਈ, ਸਭ ਕੁਝ ਹੋਇਆ। ਪਰ ਉਦੋਂ ਵੀ ਜੋ ਕੀਤਾ, ਜਿਸ ਵੀ ਚੀਜ਼ ਦੇ ਨਾਲ ਰਹਿਣਾ, ਉਹਦੇ ਨਾਲ ਰੂਹ ਜਾਨ ਨਾਲ, ਬਿਲਕੁਲ ਦਿਲ ਤੋਂ, ਪੂਰੀ ਡੈਡੀਕੇਸ਼ਨ ਨਾਲ, ਜਿੱਥੇ ਵੀ ਰਵਾਂਗੇ ਉੱਥੇ ਇਸ ਤਰ੍ਹਾਂ ਹੀ ਰਵਾਂਗੇ। ਇਸ ਲਈ ਉੱਥੇ ਜੇ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦਾ ਜਦੋਂ ਕਲੈਸ਼ ਹੋਇਆ ਸੀ, ਉਦੋਂ ਵੀ ਵੋਟਾਂ ਕਰਕੇ ਹੋਇਆ ਸੀ, ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਇਲੈਕਸ਼ਨਸ ਦੇ ਵਿੱਚ ਜਿਹੜਾ ਕਲੈਸ਼ ਹੋਇਆ, ਉਹ ਤੁਹਾਨੂੰ ਸਾਰਾ ਕੁਝ ਪਤਾ ਹੀ ਉਸ ਤੋਂ ਬਾਅਦ ਕੀ ਹੋਇਆ। ਪਰ ਉਦੋਂ ਵੀ ਆਪਾਂ ਜਿਹੜੀ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਰਨ ਦੀ, ਸਹੀ ਨੂੰ ਸਹੀ ਕਹਿਣ ਦੀ ਰੱਬ ਨੇ ਸਮਰੱਥਾ ਦਿੱਤੀ ਸੀ, ਤੇ ਉਦੋਂ ਗੱਲ ਸਹੀ ਕਹੀ ਤੇ ਉਸ ਗੱਲ ਦੇ ਉੱਤੇ ਸਟੈਂਡ ਵੀ ਕੀਤਾ ਇੰਨਾ ਚਿਰ। ਲੋਕ, ਤੁਸੀਂ ਨਹੀਂ ਸਮਝਦੇ ਕਿ ਲੋਕ ਇਸ ਤਰ੍ਹਾਂ ਵੇਖਦੇ ਨੇ ਕਿ ਉਹੀ ਆਰਪੀ ਮੈਨੀ ਇੱਕ ਟਾਈਮ ਤੇ ਅਕਾਲੀ ਦਲ ਦੇ ਖਿਲਾਫ ਗੱਲ ਕਰਦਾ, ਉਹੀ ਆਰਪੀ ਮੈਨੀ ਅੱਜ ਉਸੇ ਪਾਰਟੀ ਦਾ ਪੰਜਾਬ ਦਾ ਪ੍ਰਵਕਤਾ ਬਣ ਜਾਂਦਾ ਹੈ? ਜੇ ਵਿਸ਼ਵਾਸ ਦੀ ਗੱਲ ਕਰੀਏ ਤਾਂ ਕਿਆ ਲੋਕਾਂ 'ਚ ਇਹ ਵਿਸ਼ਵਾਸ ਉੱਠਦਾ ਨਹੀਂ ਤੁਹਾਡੇ ਪ੍ਰਤੀ? ਨਹੀਂ, ਲੋਕ ਬੜੇ ਸਮਝਦਾਰ ਹੈ। जनता जनार्दन जी है ना, ये पब्लिक है, सब जानती है जी, ठीक है जी। पब्लिक नू मौजूदा परिस्थितियां ते चेंजिंग जिहड़ियां हालात सिचुएशन लोग उस गल तो बिल्कुल जाणू हैगे आ। बदलते हालातां मुताबिक कि जिहड़ा बंदा ढल जांदा, राजनीति जिहड़ी ना रोज़ चढ़दे सूरज नाल रोज़ नवीआं जिहड़ियां ना अपॉर्चुनिटीज़ लैके आउंदी है, नवीआं परिस्थितियां पैदा करदी है जी। कई थावां तुसीं देखिआ कि अनहोली अलायंसिस हुंदे आ ते चलदे रहिंदे आ। अज आपां कदी किसी ने सोचिआ सी कि शिव सेना ते कांग्रेस महाराष्ट्र सरकार बनाऊगी, बीजेपी ते पीडीपी JNK सरकार बनाऊगी। ये बदलदियां परिस्थितियां दे विच हालात इहो जिहे बना राजनीति च स्थिरता वाली कोई हाँ जी, कोई परमानेंसी हैगी नहीं उस जी जी। मैनी साहब, हल्का उत्तरी की गल करिए या तुहाडे पिछोकड़ राजनीति की गल करिए तो तुसीं आप भी किया, असीं भी देखिआ कि जोशी साहब के इलैक्शनां तुसीं बतौर इंचार्ज या उन्होंने साथी के तौर पर बड़ी सेवा की, काम किया और 2 बार जोशी साहब जिते भी। उस हल्के तुसीं बड़ी मेहनत की, कोई समय अगर ऐसा आ जाए कि श्रोमणी अकाली दल तुहानूं उत्थों टिकट दे दिंदा, क्या फिर तुसीं उस ही पुराने साथी जिन्हों तुसीं अपना वड्डा भरा भी मनते हो ਉਹਦੇ सामने चुनाव लड़ पाओगे? अरोड़ा साहब, तुसीं बहुत ही वधिया सवाल किया। मैं तुहाडे चैनल के माध्यम राहीं जी एक गल फिर एक्नॉलेज करनी चाहुंदा कि जे किसी बंदे नूं सत्कार देना ना तो फिर वो दिल तो देईदा, तो फिर उहदे नाल ही उन्हां च वाधा घाटा नहीं करीदा जी। अनिल जोशी मेरे वड्डे भरा ने ते वड्डे भरा ही उन्होंने रहना। अनिल जोशी नाल लड़ के मैं बीजेपी नहीं छड्डी जी। एक सिस्टम नाल, एक सोच नाल, एक इहो जी सोच जिहड़ी एडामेंट हो गई, जिहड़ी एरोगेंस जिन्हें शो की भी नहीं असी इस गल दे उत्ते रिव्यू ही नहीं करना, पुनर्विचार ही नहीं करना, उस गल नूं, उस सोच नूं छड्डिया। अनिल जोशी नाल कोई लड़ाई नहीं पर्सनल, अनिल जोशी नूं वड्डे भरा वाला सत्कार सदा दिता, परिवारक तौर पर भी, समाजिक तौर पर भी, राजनीतिक तौर पर भी। पर जदों राजनीतिक तौर पर पार्टियां एक दूजे के आमने सामने खड़ियां होणगियां जी, उदों फिर जो मेरी पार्टी मैनूं हुक्म करूगी मैं वो रिश्ते भुल्लो। हाँ जी, रिश्ते भुल जावांगे। नहीं, रिश्ते भुल्लण वाली गल नहीं आ। अपनी मैं हुण जिस पार्टी 'च गया जी, उस पार्टी का जे मैं कहा नहीं मनदा, फिर मतलब मेरी इहदे नाल लॉयल्टी नहीं हैगी।
ਮੈਂ ਉਸ ਪਾਰਟੀ ਦਾ ਜੋ ਮੈਨੂੰ ਪਾਰਟੀ ਹੁਕਮ ਕਰੂਗੀ। ਫਰਾ ਕੇ ਕਿਉਂ ਦੱਸਦੇ ਪਏ ਹੋ? ਅਸੀਂ ਸਿਰਫ ਸਿੰਪਲ ਜਿਹਾ ਪ੍ਰਸ਼ਨ ਪੁੱਛਿਆ ਹੈ, ਅਗਰ ਐਸਾ ਕੋਈ ਆਉਣ ਵਾਲੇ ਸਮੇਂ 'ਚ ਕੋਈ ਐਸੀ ਗੱਲ ਬਣ ਜਾਂਦੀ ਹੈ ਕਿ ਤੁਹਾਨੂੰ ਆਮਣੇ ਸਾਹਮਣੇ ਹੋਣਾ ਪੈ ਜਾਂਦਾ ਹੈ, ਫਿਰ ਰਿਸ਼ਤਾ ਭੁੱਲ ਜਾਓਗੇ? ਜਿਹੜਾ ਰਿਸ਼ਤਾ ਤੁਸੀਂ ਹੁਣ ਵੀ ਕਹਿ ਰਹੇ ਹੋ ਵੱਡੇ ਭਰਾ ਵੱਲੋਂ, ਮੈਂ ਤੇ ਫਿਰ ਉਹਨੂੰ ਰਿਪੀਟ ਕਰਦਾ ਉਸ ਗੱਲ ਨੂੰ, ਕੈਟਾਗਰੀਕਲੀ ਸਪੈਸੀਫਿਕਲੀ ਇਹ ਗੱਲ ਕਹਿਣਾ ਕਿ ਅਨਿਲ ਜੋਸ਼ੀ ਮੇਰਾ ਵੱਡਾ ਭਰਾ ਜੀ, ਤੇ ਉਹਨੇ ਮੇਰਾ ਵੱਡਾ ਭਰਾ ਹੀ ਰਹਿਣਾ ਜੀ। ਮੈਂ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ, ਮੈਂ ਬਾਦਲ ਸਾਹਿਬ ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ, ਮੀਟਿੰਗ ਕਰਨ ਤੋਂ ਬਾਅਦ ਜੀ, ਮਜੀਠੀਆ ਸਾਹਿਬ ਦੀ ਅਗਵਾਈ 'ਚ ਬਾਦਲ ਸਾਹਿਬ ਨੇ ਆਪ ਆ ਕੇ ਜੁਆਇਨ ਕਰਾਇਆ ਮੈਨੂੰ। ਬਿਲਕੁਲ ਠੀਕ ਹੈ ਜੀ। ਉਹਨਾਂ ਨਾਲ ਸਾਰੀ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਇਹੀ ਗੱਲ ਦੱਸੀ ਸੀ ਕਿ ਮੈਂ ਅਨਿਲ ਜੋਸ਼ੀ ਨਾਲ ਗੁੱਸੇ ਹੋ ਕੇ ਨਹੀਂ ਬੀਜੇਪੀ ਛੱਡੀ, ਮੈਂ ਇੱਕ ਸੋਚ ਦੇ ਖਿਲਾਫ ਬੀਜੇਪੀ ਛੱਡੀ। ਉਹਨਾਂ ਨੂੰ ਸਮਝਾਉਣ ਤੋਂ ਬਾਅਦ 2-4 ਮਹੀਨੇ ਇਸ ਗੱਲ 'ਤੇ ਜ਼ੋਰ ਲਾਉਣ ਤੋਂ ਬਾਅਦ ਜਦੋਂ ਮੈਨੂੰ ਲੱਗਿਆ, ਨਾਲੇ ਵੀ ਕਹਿਤਾ ਹੋਏਗਾ ਤੁਸੀਂ ਕਿ ਜੇ ਮੈਨੂੰ ਟਿਕਟ ਦੇਣੀ ਤੇ ਹਲਕਾ ਉੱਤਰੀ ਚੁਣੋ ਦੇਣਾ। ਨਹੀਂ ਦੇਖੋ, ਇਹੋ ਜੀ ਕੋਈ ਗੱਲ ਅਜੇ ਚੱਲ ਨਹੀਂ ਰਹੀ ਜੀ ਨਾ। ਮੈਂ ਇਸ ਗੱਲ ਦੇ ਉੱਤੇ, ਤੁਸੀਂ ਇਹ ਗੱਲ ਨੂੰ ਜੇ ਪੁੱਛੋਗੇ, ਅਜੇ ਇਲੈਕਸ਼ਨਾਂ ਸਾਲ ਪਿਆ, ਅਜੇ ਪਤਾ ਨਹੀਂ ਕੀ ਹੋਣਾ ਜੀ, ਉਹਦੇ ਬਾਰੇ ਕੁਝ ਨਹੀਂ। ਪਰ ਮੇਰੀ ਪਾਰਟੀ ਜੋ ਮੈਨੂੰ ਹੁਕਮ ਕਰੂਗੀ, ਸ਼੍ਰੋਮਣੀ ਅਕਾਲੀ ਦਲ, ਮੈਂ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨਾਲ, ਉਹਨਾਂ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਲਈ ਉਹਨਾਂ ਨੇ ਮੈਨੂੰ ਦੇਖੋ ਜੁਆਇਨ ਕਰਦਿਆਂ ਹੀ ਪਾਰਟੀ ਦੇ ਸਪੋਕਸਮੈਨ ਦਾ ਅਹੁਦਾ ਦਿੱਤਾ। ਉਸ ਦਿਨ ਤੋਂ ਹੀ ਮੈਂ ਉਹਨਾਂ ਵੱਲੋਂ ਪਾਰਟੀ ਦੇ ਨੁਮਾਇੰਦੇ ਤੌਰ 'ਤੇ ਹਰ ਟੀਵੀ ਡਿਬੇਟ ਦੇ ਵਿੱਚ ਜਾਂਦਾ, ਪਾਰਟੀ ਦੀ ਗੱਲ ਰੱਖਦਾ ਜੀ। ਸਰਦਾਰ ਬਿਕਰਮ ਸਿੰਘ ਮਜੀਠੀਆ, ਹੁਣ ਉਹਨਾਂ ਨਾਲ ਮੇਰਾ ਪ੍ਰੇਮ ਪਿਆਰ ਭਰਾਵਾਂ ਵਾਲਾ ਜੀ, ਠੀਕ ਹੈ ਜੀ। ਜੋ ਉਹ ਪਾਰਟੀ ਮੈਨੂੰ ਹੁਕਮ ਕਰੂਗੀ, ਅਜੇ ਇਲੈਕਸ਼ਨ ਦੀ ਕੋਈ ਗੱਲ ਨਹੀਂ, ਅਜੇ ਪਾਰਟੀ ਦੇ ਵਿਸਥਾਰ ਦੀ ਗੱਲ ਹੋ ਰਹੀ ਹੈ, ਅਜੇ ਪਾਰਟੀ ਦੀ ਗੱਲ ਨੂੰ ਘਰ ਘਰ ਪਹੁੰਚਾਉਣ ਦੀ ਗੱਲ ਹੋ ਰਹੀ ਹੈ। ਦੇਖੋ, ਇਹ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਸੀ ਤੇ ਇਹ ਸੀਟ ਬੀਜੇਪੀ ਦੇ ਹਿੱਸੇ ਸੀ ਜੀ, ਠੀਕ ਹੈ ਜੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਉੱਥੇ ਸੰਗਠਨਾਤਮਕ ਆਰਗੇਨਾਈਜੇਸ਼ਨਲ ਜਿਹੜਾ ਢਾਂਚਾ ਨਾ, ਉਹ ਹੌਲੀ ਹੌਲੀ ਬਣੇਗਾ ਹੁਣ ਉੱਥੇ ਜੀ, ਠੀਕ ਹੈ ਜੀ। ਉਹਦਾ ਵਿਸਥਾਰ ਕਰ ਰਹੇ ਹਾਂ ਅਸੀਂ। ਪਾਰਟੀ ਨੇ ਜੋ ਜ਼ਿੰਮੇਵਾਰੀ ਲਾਈ ਹੈ ਕਿ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ, ਆਪਾਂ ਲੋਕਾਂ ਨੂੰ ਮਿਲ ਰਹੇ ਹਾਂ, ਲੋਕਾਂ ਦੇ ਦੁੱਖ ਸੁੱਖ 'ਚ ਸ਼ਾਮਲ ਹੋ ਰਹੇ ਹਾਂ। ਅਜੇ ਇਲੈਕਸ਼ਨ ਲੜਨ ਵਾਲੀ, ਆਮੋ ਸਾਹਮਣੇ ਖੜੇ ਹੋਣ ਵਾਲੀ ਇਹੋ ਜਿਹੀ ਕੋਈ ਗੱਲ ਨਹੀਂ ਹੈ। ਬੜਾ ਮਹੱਤਵਪੂਰਨ ਪਦ ਹੈ ਤੁਹਾਡੇ ਕੋਲ, ਸ਼੍ਰੋਮਣੀ ਅਕਾਲੀ ਦਲ ਪ੍ਰਦੇਸ਼ ਦਾ ਪ੍ਰਵਕਤਾ। ਅਸੀਂ ਤੁਹਾਡੇ ਕੋਲ ਹੀ ਜਾਣਨਾ ਚਾਹੁੰਦੇ ਹਾਂ, ਜਿਸ ਤਰ੍ਹਾਂ ਟਕਸਾਲੀ ਅਕਾਲੀ ਦਲ ਵੱਖਰੀ ਹੋ ਗਈ, ਬੜੇ ਸਾਰੇ ਵਰਿਸ਼ਠ ਨੇਤਾਗਣ ਜਿਹੜੇ ਉਹ ਛੱਡ ਕੇ ਚਲੇ ਗਏ ਅਕਾਲੀ ਦਲ ਨੂੰ, ਔਰ ਅੱਜ ਤੁਸੀਂ ਬਤੌਰ ਪ੍ਰਵਕਤਾ ਜਾਂ ਬਤੌਰ ਅਨੁਭਵੀ ਰਾਜਨੀਤਾ ਕਿਸ ਤਰ੍ਹਾਂ ਦਾ ਅਸਤਿਤਵ ਦੇਖ ਰਹੇ ਹੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ? ਮੈਂ ਬੜੀ ਜ਼ਿੰਮੇਵਾਰੀ ਨਾਲ ਜਿਸ ਅਹੁਦੇ 'ਤੇ ਹੈਗਾ, ਉਸ ਅਹੁਦੇ ਦੀ ਜ਼ਿੰਮੇਵਾਰੀ ਨੂੰ ਸਮਝਦਿਆਂ ਆਇਆ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਥਰੂ ਜੀ, ਕਿ ਪੰਜਾਬ 'ਚ ਦੋ ਹੀ ਪਾਰਟੀਆਂ ਦਾ ਅਸਤਿਤਵ ਹੈਗਾ ਜੀ ਇਸ ਵੇਲੇ, ਜਿਨ੍ਹਾਂ ਦਾ ਕੇਡਰ ਆ ਪਿੰਡਾਂ ਤੱਕ, ਉਹ ਹੈਗੀ ਕਾਂਗਰਸ ਤੇ ਅਕਾਲੀ ਦਲ ਜੀ। ਜਿਹੜੇ ਟਕਸਾਲੀ ਆਗੂਆਂ ਦਾ ਤੁਸੀਂ ਗੱਲ ਕਰ ਰਹੇ ਹੋ ਜੀ, ਉਹਨਾਂ ਆਗੂਆਂ ਨੂੰ ਇਸ ਸ਼੍ਰੋਮਣੀ ਅਕਾਲੀ ਦਲ ਨੇ ਅਸਮਾਨ ਦੀਆਂ ਉਚਾਈਆਂ ਤੱਕ ਪਹੁੰਚਾਇਆ। ਉਹਨਾਂ ਨੇ ਸੱਤਾ ਦਾ ਹਰ ਸੁੱਖ ਸ਼੍ਰੋਮਣੀ ਅਕਾਲੀ ਦਲ ਦੀ ਕਿਰਪਾ ਨਾਲ ਹੰਢਾਇਆ ਜੀ। ਉਹਨਾਂ ਦੇ ਅੱਗੇ ਪੁੱਤਰਾਂ ਨੇ ਹੰਢਾਇਆ, ਪਰਿਵਾਰਾਂ ਨੇ ਹੰਢਾਇਆ। ਉਹ ਉਸ ਗੱਲ ਨੂੰ ਸਾਰੀ ਜ਼ਿੰਦਗੀ ਜਿਹੜੀ ਹੈ ਨਾ, ਉਹ ਚੀਜ਼ਾਂ ਵੱਖ-ਵੱਖ ਅਹੁਦੇ 5-5 7-7 ਵਾਰ MLA MP ਮੰਤਰੀ ਰਹਿਣ ਤੋਂ ਬਾਅਦ ਹੁਣ ਉਹ ਕਿਸੇ ਨਾ ਕਿਸੇ, ਉਹਨਾਂ ਦੇ ਵੈਸਟਡ ਇੰਟਰਸਟ ਇਸ ਤਰ੍ਹਾਂ ਦੇ ਆ ਕਿ ਉਹ ਜਦੋਂ ਉਹਨਾਂ ਨੂੰ ਲੱਗਾ ਕਿ ਹੁਣ ਸਾਡੇ ਇੰਟਰਸਟ, ਸਾਡੇ ਅੱਗੇ ਬੱਚਿਆਂ ਪੋਤਰਿਆਂ ਨੂੰ ਟਿਕਟ ਦੀ, ਜੇ ਕੋਈ ਬੰਦਾ ਡਿਜ਼ਰਵ ਨਹੀਂ ਕਰਦਾ ਉਹਨੂੰ ਕਿਸ ਤਰ੍ਹਾਂ ਮਿਲ ਸਕਦੀ ਟਿਕਟ, ਉਹਨਾਂ ਨੂੰ ਕਰਕੇ ਉਹ ਹੁਣ ਜੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਜਾ ਕੇ, ਤੇ ਹੁਣ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਕਰੰਟ ਹੀ ਇੱਕ ਖਬਰ ਚੱਲ ਰਹੀ ਕਿ ਆਪ ਤੇ ਡੈਮੋਕ੍ਰੇਟਿਕ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ, ਬ੍ਰਹਮਪੁਰਾ ਸਾਹਿਬ ਦਾ, ਬੈਂਸ ਬ੍ਰਦਰਜ਼ ਦਾ, ਤੇ ਹੋਰ ਜਿਹੜੇ 2-4 ਪਾਰਟੀਆਂ ਦੇ ਨਾਂ ਉਹਨਾਂ ਨੇ ਲਏ ਕਿ ਉਹਨਾਂ ਦਾ ਇੱਕ ਚੌਥਾ ਫਰੰਟ ਹੋ ਸਕਦਾ ਜੀ। ਦੇਖੋ, ਫਰੰਟ ਬਣਾਉਣ ਦਾ ਹਰ ਇੱਕ ਨੂੰ ਅਧਿਕਾਰ ਹੈ। ਹਾਂਜੀ ਹਾਂਜੀ, ਢੀਂਡਸਾ ਸਾਹਿਬ, ਹੁਣ ਦੇਖੋ ਢੀਂਡਸਾ ਸਾਹਿਬ ਅੱਜ ਦੀ ਡੇਟ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜ ਸਭਾ ਦੇ ਮੈਂਬਰ ਹੈ ਜੀ, ਟਿਲ ਡੇਟ। ਫਿਰ ਉਹ ਵੀ ਇੱਕ ਨੈਤਿਕਤਾ ਹੈਗੀ ਹੈ ਨਾ, ਫਿਰ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਉਂ ਰਾਜ ਸਭਾ ਦੇ ਮੈਂਬਰ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨੇ ਜੀ। ਉਹਨਾਂ ਦਾ ਬੇਟਾ ਸਭ ਤੋਂ ਮੈਨੂੰ ਲੱਗਦਾ ਛੋਟੀ ਉਮਰ ਦਾ ਉਹ ਵਿੱਤ ਮੰਤਰੀ ਰਹੇ, ਉਹ MLA ਰਹੇ, ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਹੀ ਜਿੱਤੇ ਅੱਜ ਤੱਕ, ਠੀਕ ਹੈ ਜੀ। ਢੀਂਡਸਾ ਸਾਹਿਬ 2-4 ਵਾਰ ਸ਼ਾਇਦ ਇਲੈਕਸ਼ਨ ਹਾਰੇ ਵੀ, ਮੈਨੂੰ ਐਗਜ਼ੈਕਟਲੀ ਪਤਾ ਨਹੀਂ ਆ, ਪਰ ਉਹਨਾਂ ਨੂੰ ਪਾਰਟੀ ਨੇ ਫਿਰ ਵੀ ਨੋਮੀਨੇਟ ਕਰਕੇ ਰਾਜ ਸਭਾ 'ਚ ਭੇਜਿਆ, ਸੈਂਟਰ 'ਚ ਮਿਨਿਸਟਰ ਵੀ ਬਣਾਇਆ ਜੀ। ਬਿਲਕੁਲ ਬਿਲਕੁਲ। ਭਾਜਪਾ ਦੀ ਗੱਲ ਕਰੀਏ ਤੇ ਹੁਣ ਗਠਬੰਧਨ ਅਕਾਲੀ ਦਲ ਨਾਲ ਟੁੱਟ ਚੁੱਕਾ ਹੈ। ਅਕਾਲੀ ਦਲ ਨਾਲ ਜਦੋਂ ਗਠਬੰਧਨ ਹੁੰਦਾ ਸੀ ਤੇ ਕਈ ਸੀਟਾਂ ਭਾਜਪਾ ਦੇ ਕੋਟੇ 'ਚ ਆਉਂਦੀਆਂ ਸੀ,
ਹੁਣ ਉਹ 23 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਕੈਂਡੀਡੇਟ ਖੜੇ ਕਰੇਗਾ। ਬਿਲਕੁਲ ਜੀ। ਕਿਆ ਤੁਸੀਂ ਸਮਝਦੇ ਹੋ ਕਿ ਉਹ ਸ਼ਹਿਰੀ ਹਲਕੇ ਦੀਆਂ ਜਿਹੜੀਆਂ 23 ਸੀਟਾਂ ਨੇ, ਉਹਨਾਂ 23 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਕੋ ਮਜ਼ਬੂਤ ਜਾਂ ਵਿਜयी ਉਮੀਦਵਾਰ ਹੋਣਗੇ? ਅਰੋੜਾ ਸਾਹਿਬ, ਬਹੁਤ ਛੇਤੀ ਜੀ ਤੁਸੀਂ ਆਪਣੇ ਇਸ ਗੁਰੂ ਦੀ ਨਗਰੀ ਦੇ ਬਹੁਤ ਵੱਡੇ ਵੱਡੇ ਚਿਹਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਜਾਂਦਿਆਂ ਵੇਖੋਗੇ। ਜੀ ਠੀਕ ਹੈ ਜੀ। ਨੀਅਰ ਫਿਊਚਰ 'ਚ ਜਿਹੜੇ 23 ਸੀਟਾਂ ਤੁਸੀਂ ਦੱਸੀਆਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਲੜਦੀ ਸੀ, ਜੀ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਦੀ ਹੋੜ ਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਟਿਕਟ ਲੜਨੀ ਹੈ। ਜੀ ਉਹਦੇ ਲਈ ਸ਼ਹਿਰੀ ਸੀਟਾਂ ਵੀ ਆ, ਸੈਮੀ ਅਰਬਨ ਸੀਟਾਂ ਵੀ ਆ। ਜੀ ਸ਼੍ਰੋਮਣੀ ਅਕਾਲੀ ਦਲ ਨੇ 23 ਸੀਟਾਂ ਲਈ ਉਮੀਦਵਾਰ ਲੱਭਣੇ ਆ ਜੀ ਤੇ ਭਾਰਤੀ ਜਨਤਾ ਪਾਰਟੀ ਨੇ 94 ਸੀਟਾਂ ਲਈ ਉਮੀਦਵਾਰ ਲੱਭਣੇ। ਜੀ ਠੀਕ ਹੈ ਜੀ। ਤੇ ਸ਼੍ਰੋਮਣੀ ਅਕਾਲੀ ਦਲ ਕੋ 23 ਸੀਟਾਂ 'ਚ ਇੱਕ ਇੱਕ ਸੀਟ ਦੇ ਉੱਤੇ 4-4 5-5 ਉਮੀਦਵਾਰ ਜਿਹੜੇ ਆ ਨਾ ਉਹ ਲਾਈਨ 'ਚ ਲੱਗੇ ਆ ਜੀ। ਜੀ ਠੀਕ ਹੈ ਜੀ। ਤੇ ਉਹ ਵੀ ਇਸ ਹਲਕੇ ਦੇ ਹੀ ਹੋਣਗੇ, ਉਸ ਪਰਟੀਕੂਲਰ ਹਲਕੇ ਦੇ ਹੀ ਉਮੀਦਵਾਰ, ਉਸ ਸ਼ਹਿਰੀ ਹਲਕਿਆਂ ਦੇ ਹੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਯਾਨੀ ਕਿ ਟਿਕਟ ਤੇ। ਜਿਸ ਹਲਕੇ ਦੇ ਵਿੱਚ ਉਹਨਾਂ ਨੂੰ ਕੈਂਡੀਡੇਟ ਚਾਹੀਦਾ, ਉਸੇ ਹਲਕੇ 'ਚ 4-4 ਬੰਦੇ ਉਸੇ ਹਲਕੇ ਦੇ ਤੁਹਾਡੇ ਕੋਲ ਆ ਜਾਣਗੇ। ਬਿਲਕੁਲ ਜੀ। ਆ ਜਾਣਗੇ ਨਹੀਂ, ਆ ਗਏ ਆ ਜੀ। ਆ ਗਏ ਨੇ। ਹਾਂਜੀ। ਇਹ ਤੁਸੀਂ ਆਉਣ ਵਾਲਾ ਸਮਾਂ ਆ ਨੇ ਜੋ ਚੀਜ਼ਾਂ ਫਿਰ ਆਪਾਂ ਫਿਊਚਰ ਤੇ ਛੱਡ ਦਈਏ। ਅਗਰ ਖਾਲੀ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ, ਬੜੀ 3 ਸੀਟਾਂ ਨੇ ਜਿੱਥੇ ਬੀਜੇਪੀ ਖੜੀ ਹੁੰਦੀ ਸੀ, ਹਲਕਾ ਉੱਤਰੀ ਤੋਂ, ਹਲਕਾ ਸੈਂਟਰ ਤੋਂ, ਉਸ ਤੋਂ ਬਾਅਦ 4 ਸੀਟਾਂ ਪੂਰਬੀ ਤੋਂ 3 ਤੇ ਵੈਸਟ ਤੋਂ 4। ਬਿਲਕੁਲ ਠੀਕ ਹੈ ਜੀ। ਸਾਊਥ ਨੂੰ ਛੱਡ ਦਈਏ 4 ਸੀਟਾਂ ਤੋਂ। ਹਾਂਜੀ ਹਾਂਜੀ। ਤੇ ਕਿਆ ਤੁਸੀਂ ਸਮਝਦੇ ਹੋ ਖਾਲੀ ਅੰਮ੍ਰਿਤਸਰ ਦੀ ਗੱਲ ਕਰੀਏ 4 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਹਲਕੇ ਦੇ ਹੀ ਨੇਤਾਗਣ ਮਜ਼ਬੂਤ ਮਿਲ ਜਾਣਗੇ? ਜਾਣਗੇ ਨਹੀਂ ਜੀ, ਮਿਲ ਗਏ ਨੇ। ਮਿਲ ਗਏ ਆ ਜੀ। ਦੱਸ ਬਸ ਸਕਦੇ ਹੋ? ਸਮਾਂ ਨਹੀਂ, ਇਹ ਐਪਰੋਪਰੀਏਟ ਸਮਾਂ ਨਹੀਂ ਹੈਗਾ ਤੇ ਮੈਂ ਐਪਰੋਪਰੀਏਟ ਅਥਾਰਟੀ ਨਹੀਂ ਇਹ ਗੱਲ ਨੂੰ ਰਿਵੀਲ ਕਰਨ ਲਈ। ਉਹ ਸਮਾਂ ਆਉਣ ਤੇ ਜੋ ਸਾਡੀ ਪਾਰਟੀ ਦੀ ਹਾਈ ਕਮਾਂਡ ਜਨਤਾ ਦੀ ਕਚਹਿਰੀ 'ਚ ਉਹਨਾਂ ਨੂੰ ਪੇਸ਼ ਕਰੂਗੀ, ਉਹਨਾਂ ਬੰਦਿਆਂ ਨੂੰ ਤੁਹਾਡੇ ਸਾਹਮਣੇ ਹੀ ਉਹ ਬੰਦੇ ਭਾਰਤੀ ਜਨਤਾ ਪਾਰਟੀ ਜਾਂ ਹੋਰ ਕਾਂਗਰਸ ਨੂੰ, ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਆਉਣਗੇ ਤੇ ਚਲੋ ਉਹ ਇੱਥੋਂ ਬਾਕੀ ਨਾ ਇਲੈਕਸ਼ਨ ਸੀ ਲੜਨਗੇ। ਇਹ ਦੱਸ ਦਿਓ ਕਿ ਤੁਹਾਡੇ ਕੋਈ ਖਾਸ ਮਿੱਤਰ ਐਸੇ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਾਣ ਵਾਸਤੇ ਤੁਹਾਡੇ ਸਹਾਰੇ ਨੂੰ ਯੂਜ਼ ਕਰਦੇ ਹੋਣ ਜਾਂ ਤੁਹਾਡਾ ਸਹਾਰਾ ਲੈਂਦੇ ਹੋਣ, ਜਾਂ ਤੁਹਾਡੇ ਨਾਲ ਕਦੀ ਗੱਲ ਹੋਈ ਹੋਵੇ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨਿੰਗ ਕਰਵਾ ਦਿਓ? ਅਰੋੜਾ ਸਾਹਿਬ, ਗੱਲ ਇਹ ਆ ਵੀ ਇਹ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਰਾਜਨੀਤੀ ਹੈ ਜੀ ਉਹਦੇ 'ਚ ਕੁਝ ਵੀ ਪਰਮਾਨੈਂਟ ਨਹੀਂ ਹੈਗਾ। ਜਿਹੜੇ ਅੱਜ ਮਿੱਤਰ ਆ ਉਹ ਕੱਲ੍ਹ ਨੂੰ ਦੁਸ਼ਮਣ ਆ, ਜਿਹੜੇ ਕੱਲ੍ਹ ਦੁਸ਼ਮਣ ਸੀ ਅੱਜ ਉਹ ਮਿੱਤਰ ਹੋ ਜਾਂਦੇ ਆ। ਰਾਜਨੀਤੀ ਦੇ ਵਿੱਚ ਹਰ ਚੜ੍ਹਦਾ ਸੂਰਜ ਜਿਹੜਾ ਨਵੀਆਂ ਪ੍ਰਸਥਿਤੀਆਂ ਲੈ ਕੇ ਆਉਂਦਾ। ਜੀ ਤੇ ਤੁਸੀਂ ਇਹ ਦੇਖੋਗੇ ਕਿ ਆਉਣ ਵਾਲੇ ਕੁਛ ਹੀ ਮਹੀਨਿਆਂ 'ਚ, ਮੈਂ ਬਹੁਤ ਲੰਮੀ ਚੌੜੀ ਨਹੀਂ ਗੱਲ ਕਰਦਾ, ਸਾਰੇ ਪੱਤੇ ਬਾਹਰ ਆ ਜਾਣਗੇ। ਸਾਰਾ ਕੁਝ ਬਾਹਰ ਆਊਗਾ। ਪਰ ਉਹਨੂੰ ਸਾਡੀ ਜਿਹੜੀ ਅਥਾਰਟੀ ਹੈ, ਜਿਹੜੀ ਲੀਡਰਸ਼ਿਪ ਹੈ, ਜਿਹਨੂੰ ਇਹ ਕਰਨਾ ਚਾਹੀਦਾ, ਉਹ ਹੀ ਇਹਨੂੰ ਅਨਾਉਂਸ ਕਰੂਗੀ ਤੇ ਉਹ ਸਾਰੇ ਅੰਮ੍ਰਿਤਸਰ ਲਈ ਹੈਰਾਨੀਜਨਕ ਵੀ ਹੋਣਗੇ। ਤੁਸੀਂ ਦੱਸਣਾ ਨਹੀਂ, ਲੇਕਿਨ ਤੁਹਾਨੂੰ ਪਤਾ ਹੈ। ਨਹੀਂ, ਮੈਨੂੰ ਤਾਂ ਪਤਾ ਹੈ ਜੀ। ਜੀ ਜੀ, ਦੱਸਣਾ ਨਹੀਂ ਲੇਕਿਨ ਨਹੀਂ, ਉਹ ਦੱਸਣ ਲਈ ਆਥੋਰਾਈਜ਼ ਨਹੀਂ ਹੈਗਾ ਜੀ। ਜੀ ਜੀ। ਹੁਣ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਸੁਖਬੀਰ ਬਾਦਲ ਜੀ। ਅੱਜ ਵੀ ਜੋ ਅਸੀਂ ਦੇਖਦੇ ਹਾਂ ਜਾਂ ਸੁਣਦੇ ਹਾਂ ਜਾਂ ਚਰਚਾ ਚੱਲਦੀ ਹੈ ਕਿ ਕਈ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਹੀ ਐਸੇ ਨੇਤਾਗਣ ਨੇ ਜਿਹੜੇ ਸੁਖਬੀਰ ਜੀ ਤੋਂ ਜ਼ਿਆਦਾ ਸੀਨੀਅਰ ਨੇ ਔਰ ਉਹ ਘੁਟਨ ਮਹਿਸੂਸ ਕਰਦੇ ਨੇ ਉਹਨਾਂ ਦੇ ਨੇਤਰਤਵ ਦੇ ਵਿੱਚ ਕੰਮ ਕਰਨ 'ਚ। ਕਿਆ ਤੁਸੀਂ ਇਸ ਗੱਲ ਨੂੰ ਮੰਨਦੇ ਹੋ? ਮੈਂ ਤੁਹਾਡੀ ਗੱਲ ਨਾਲ 0% ਵੀ ਸਹਿਮਤ ਨਹੀਂ ਹੈਗਾ ਜੀ। 5-10% ਨਹੀਂ, 0% ਵੀ ਸਹਿਮਤ ਨਹੀਂ ਹੈਗਾ ਜੀ। ਦੇਖੋ, ਜਿਹੜਾ ਲੀਡਰ ਹੈ ਨਾ ਜੀ, ਉਹ ਲੀਡਰ ਵਿਜ਼ਨਰੀ ਹੋਣਾ ਚਾਹੀਦਾ। ਉਹਦੇ 'ਚ ਆਪਣੀ ਪਾਰਟੀ ਨੂੰ ਚਲਾਉਣ ਦੀ, ਉਸ ਆਰਗੇਨਾਈਜੇਸ਼ਨ ਨੂੰ ਚਲਾਉਣ ਦੀ ਜਿਹੜੀ ਸਮਰੱਥਾ ਹੋਣੀ ਚਾਹੀਦੀ ਹੈ। ਉਹਦੀ ਉਮਰ ਦੀ ਨਹੀਂ ਗੱਲ ਹੈਗੀ। ਕਈ ਵਾਰ ਜੇ ਆਪਾਂ ਉਹਨੂੰ ਉਸ ਉਮਰ ਦੇ ਤਕਾਜ਼ੇ ਨਾਲ ਲਾਈਏ ਤੇ ਉਹ ਸ਼ਾਇਦ ਉਹਦੇ ਨਾਲ ਇਨਸਾਫ ਨਹੀਂ ਹੋ ਸਕਦਾ, ਉਸ ਗੱਲ ਦੇ ਨਾਲ ਨਾ ਇਨਸਾਫੀ ਹੋਊਗੀ। ਆਪਾਂ ਅੰਮ੍ਰਿਤਸਰ ਗੁਰੂ ਦੀ ਨਗਰੀ 'ਚ ਬੈਠੇ ਹਾਂ। ਤੁਹਾਡਾ ਸਟੂਡੀਓ ਜਿਸ ਜਗ੍ਹਾ ਦੇ ਉੱਤੇ ਹੈਗਾ, ਇਸ ਜਗ੍ਹਾ 'ਚੋਂ ਕੁਛ ਚੰਦ ਕਦਮਾਂ ਦੇ ਉੱਤੇ ਆਪਾਂ ਜਦੋਂ ਦੇਖਦੇ ਹਾਂ, ਉਹ ਉਸੇ ਹੀ ਪ੍ਰਧਾਨ ਸਾਹਿਬ ਦੀ ਇੱਕ ਵਿਜ਼ਨਰੀ ਜਿਹੜੀ ਸੋਚ ਸੀ ਨਾ ਜੀ, ਉਹਦਾ ਸਦਕਾ ਹੀ ਅੱਜ ਅੰਮ੍ਰਿਤਸਰ ਦੀ ਜਿਹੜੀ ਦੇਖਿਆ ਨਾ ਉਹ ਚੇਂਜ ਹੋਈ ਹੈ ਜੀ। ਠੀਕ ਹੈ ਜੀ। ਇੱਕ ਜਿਹੜਾ ਮੈਂ ਇੱਕ ਫੋਰ ਐਗਜ਼ਾਮਪਲ ਆਪਾਂ ਅੰਮ੍ਰਿਤਸਰ ਨੂੰ ਹੀ ਲਾ ਲਈਏ ਕਿ ਗੋਲਡਨ ਗੇਟ ਤੋਂ ਲੈ ਕੇ ਜਿਵੇਂ ਆਪਾਂ ਅੰਮ੍ਰਿਤਸਰ 'ਚ ਐਂਟਰ ਕਰਦੇ ਹਾਂ ਜੀ, ਇਹ ਅਕਾਲੀ ਰਾਜਨੀਤੀ ਦਾ ਵੀ ਧੁਰਾ ਵਾ ਅੰਮ੍ਰਿਤਸਰ, ਸਾਡੀ ਸਿੱਖੀ ਦਾ ਵੀ ਧੁਰਾ ਵਾ। ਸਿੱਖੀ ਰਾਜਨੀਤੀ, ਸਾਡੇ ਸਭ ਤੋਂ ਸੁਪਰੀਮ ਜਿਹੜੀ ਪਾਵਰ ਹੈ ਸ੍ਰੀ ਅਕਾਲ ਤਖਤ ਸਾਹਿਬ ਵੀ ਇੱਥੇ ਹੈ।
ਇਹ ਸਭ ਚੀਜ਼ਾਂ ਦਾ ਕੇਂਦਰ ਆ। ਇਸ ਕੇਂਦਰ ਨੂੰ ਜੇ ਕਿਸੇ ਬੰਦੇ ਨੇ ਸਮਝਿਆ, ਜੇ ਕਿਸੇ ਬੰਦੇ ਨੇ ਇਹਦੀ ਸ਼ਹਿਰ ਦੀ ਦਿੱਖ ਨੂੰ, ਜਿਵੇਂ ਆਪਾਂ ਸਾਨੂੰ ਪਤਾ ਕਿ ਲੱਖ ਟੂਰਿਸਟ ਜਾਂ 2 ਲੱਖ ਟੂਰਿਸਟ ਰੋਜ਼ ਅੰਮ੍ਰਿਤਸਰ 'ਚ ਆਉਂਦਾ ਸੀ ਕਰੋਨਾ ਕਾਲ ਤੋਂ ਪਹਿਲਾਂ ਜੀ, ਉਹ ਬੰਦੇ ਕਿਸ ਤਰ੍ਹਾਂ ਅੰਮ੍ਰਿਤਸਰ 'ਚ ਆਏ ਅਤੇ ਕਿਵੇਂ ਉਹਨਾਂ ਨੂੰ ਅੰਮ੍ਰਿਤਸਰ ਦੀ ਵਿੱਚ ਲਿਆ ਕੇ 1 2 3 ਠਹਿਰਾਉਣਾ, ਉਹਦੇ ਲਈ ਕਿਸ ਤਰ੍ਹਾਂ ਦਾ ਇਨਫਰਾਸਟਰਕਚਰ ਤਿਆਰ ਕਰਨਾ, ਉਹ ਇੰਟਰਨੈਸ਼ਨਲ ਵਰਲਡ ਲੈਵਲ ਦੀ ਸੋਚ ਇੱਕ ਇਨਫਰਾਸਟਰਕਚਰ ਦੀ ਰੱਖ ਕੇ ਆਪਾਂ ਹੈਰੀਟੇਜ ਸਟਰੀਟ ਦੇਖੀ ਹੈ ਜੀ, ਸਾਡਾ ਪਿੰਡ ਵੇਖਿਆ ਜੀ, ਗੋਲਡਨ ਗੇਟ ਦੇਖਿਆ, BRTS ਸਿਸਟਮ ਵੇਖਿਆ, ਹੋਰ ਵੀ ਬਹੁਤ ਸਾਰੀਆਂ ਜੰਗੇ ਆਜ਼ਾਦੀ ਦੇਖਿਆ ਜੀ, ਵਾਰ ਮੈਮੋਰੀਅਲ ਦੇਖਿਆ। ਉਹ ਚੀਜ਼ਾਂ ਇੱਕ ਬੰਦੇ ਦੇ, ਮੈਨੂੰ ਉਹਨਾਂ 'ਚ 2 ਚੀਜ਼ਾਂ ਪਸੰਦ ਆ ਜੀ, ਇੱਕ ਫਾਈਟਰ ਜੀ, ਠੀਕ ਹੈ, ਅਤੇ ਇੱਕ ਵਿਜ਼ਨ, ਠੀਕ ਹੈ, 2 ਚੀਜ਼ਾਂ ਉਹਨਾਂ 'ਚ ਹੈਗੀਆਂ ਜੀ। ਉਹ ਚੀਜ਼ਾਂ ਮੈਂ ਉਹਨਾਂ ਤੋਂ ਇੰਸਪਾਇਰ ਹਾਂ। ਲੜਾਕੂ ਵੀ ਨੇ ਰਾਜਨੀਤਿਕ ਤੌਰ 'ਤੇ। ਵੇਖੋ ਫਾਈਟਰ ਉਹ ਬੰਦਾ ਹੁੰਦਾ ਜਦੋਂ ਜਿਹੜੀਆਂ ਉਲਟ ਪਰਿਸਥਿਤੀਆਂ ਹੁੰਦੀਆਂ ਨਾ, ਉਹਨਾਂ ਦੇ ਵਿੱਚ ਕਿਹੜਾ ਬੰਦਾ ਕਾਇਮ ਰਹਿ ਕੇ ਆਪਣੀ ਆਰਗੇਨਾਈਜੇਸ਼ਨ ਨੂੰ ਖੜਾ ਕਰਦਾ। ਅੱਜ ਸਾਰੀਆਂ ਪਾਰਟੀਆਂ ਇਸ ਰਾਜਨੀਤਿਕ ਫਿਜ਼ਾ ਦੀ ਜਿਹੜੀ ਦ੍ਰਿਸ਼ ਦੇ ਵਿੱਚ ਹੈਗੀਆਂ, ਕੌਣ ਅੱਜ ਦੀ ਡੇਟ ਦੇ ਵਿੱਚ ਪੂਰੇ ਜਾਹੋ ਜਲਾਲ ਨਾਲ, ਪੂਰੇ ਜੋਸ਼ੋ ਖਰੋਸ਼ ਨਾਲ ਆਪਣੀ ਪਾਰਟੀ ਦੇ ਵਰਕਰਾਂ ਨੂੰ ਲਾਮਬੰਦ ਕਰਨੀ ਤੁਰਿਆ। ਅਸੀਂ 5 ਉਮੀਦਵਾਰ ਵੀ ਆਪਣੇ ਐਲਾਨ 'ਤੇ ਜੀ, ਠੀਕ ਹੈ, ਹਾਂਜੀ ਹਾਂਜੀ, ਅਟਾਰੀ, ਅਜਨਾਲਾ, ਵਲਟੋਆ, ਪ੍ਰਧਾਨ ਸਾਹਿਬ ਦੀ ਆਪਣੀ ਸੀਟ, ਅਤੇ ਡੇਰਾਬੱਸੀ ਤੋਂ NK ਸ਼ਰਮਾ ਜੀ। ਦੇਖੋ ਇਹ ਗੱਲ ਹੁੰਦੀ ਕਿ ਇਨੀਸ਼ੀਏਟਿਵ ਅਜੇ ਪਾਰਟੀਆਂ ਸੋਚ ਰਹੀਆਂ, ਪਾਰਟੀਆਂ ਦੇ ਵਿੱਚ ਅਜੇ ਗੁੱਟਬੰਦੀਆਂ ਚੱਲ ਰਹੀਆਂ, ਕਿਹਨੂੰ ਟਿਕਟ ਦੇਣੀ ਕਿਹਨੂੰ ਨਹੀਂ ਦੇਣੀ। ਜਿਹਨੂੰ ਟਿਕਟ ਸ਼੍ਰੋਮਣੀ ਅਕਾਲੀ ਦਲ ਨੇ ਸਟਾਰਟ ਕਰ, ਜਿੱਥੋਂ ਜਿਹਨੂੰ ਟਿਕਟ ਦੇਣੀ ਉਹਨੂੰ ਹਰੀ ਝੰਡੀ ਦੇ ਕੇ ਅਨਾਊਂਸ ਕਰਕੇ ਸ਼ੁਰੂ ਕਰਤਾ ਕਿ ਤੁਸੀਂ ਆਪਣਾ ਕੰਮ ਸ਼ੁਰੂ ਕਰੋ, ਠੀਕ ਹੈ ਜੀ। ਇਹ ਇੱਕ ਸੋਚ ਹੈ, ਇਹ ਇੱਕ ਵਿਜ਼ਨ ਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨੇ 2022 ਦੇ ਵਿੱਚ ਆਪਣੇ ਬਲਬੂਤੇ ਦੇ ਉੱਤੇ ਸਰਕਾਰ ਬਣਾਉਣੀ ਹੈ। ਆਖਰੀ ਪ੍ਰਸ਼ਨ ਜਾਣਨਾ ਚਾਹਾਂਗਾ, ਤੁਹਾਡੀ ਆਪਣੀ ਰਾਜਨੀਤਿਕ ਇੱਛਾ, ਭਵਿੱਖ 'ਚ ਕੀ ਤੁਹਾਡੀ ਇੱਛਾ ਹੈ ਔਰ ਕੀ ਬਣਨਾ ਚਾਹੁੰਦੇ ਹੋ ਰਾਜਨੀਤਿਕ ਦੇ ਤੌਰ 'ਤੇ, ਰਾਜਨੀਤੀ ਵਿੱਚ ਕੀ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ? ਦੇਖੋ ਰਾਜਨੀਤਿਕ ਇੱਛਾ ਜਿਹੜੀ ਹੈ ਨਾ, ਉਹ ਹੀ ਬੰਦੇ ਨੂੰ ਰਾਜਨੀਤੀ 'ਚ ਲਿਆਉਂਦੀ ਹੈ ਜੀ। ਜਿਹੜੇ ਰਾਜਨੀਤਿਕ ਦੀਆਂ ਉਹ ਕੀ ਕਹਿ ਸਕਦੇ ਉਹਨੂੰ, ਕਿ ਜਿਹੜੀਆਂ ਤੁਹਾਡੇ ਅੰਦਰ ਇੱਕ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ, ਜਿਹੜੀਆਂ ਇੱਕ ਐਂਬੀਸ਼ੀਅਸ ਜਿਹੜਾ ਹੁੰਦੇ ਬੰਦੇ ਜਿਹੜੇ, ਉਹ ਜੇ ਨਾ ਹੋਵੇ ਕੋਈ ਬੰਦੇ ਤੇ ਰਾਜਨੀਤੀ 'ਚ ਆ ਨਹੀਂ ਸਕਦਾ ਜੀ, ਠੀਕ ਹੈ ਜੀ। ਮੈਂ ਇਸ ਗੱਲ ਤੋਂ ਬਿਲਕੁਲ ਇਨਕਾਰ ਨਹੀਂ ਕਰਦਾ ਕਿ ਮੇਰੇ 'ਚ ਕੋਈ ਰਾਜਨੀਤਿਕ ਇੱਛਾ ਨਹੀਂ ਹੋਏਗੀ ਜੀ। ਰਾਜਨੀਤਿਕ ਇੱਛਾ ਹੈਗੀਆਂ ਵਾ, ਅਤੇ ਬੰਦਾ ਕੰਮ ਕਰਦਾ ਕਿਸੇ ਇੱਕ ਮੁਕਾਮ ਨੂੰ, ਕਿਸੇ ਇੱਕ ਚੀਜ਼ ਨੂੰ, ਕਿਸੇ ਗੋਲ ਨੂੰ ਆਪਣੇ ਸਾਹਮਣੇ ਰੱਖ ਕੇ ਫਿਰ ਉਹਦੇ ਵੱਲ ਚੱਲਦਾ ਜੀ। ਸਾਡੇ ਦਰਸ਼ਕ ਇਹੀ ਤੇ ਜਾਣਨਾ ਚਾਹੁੰਦੇ ਔਰ ਤੁਹਾਡੀ ਜ਼ੁਬਾਨੀ ਹੀ ਤੁਹਾਡੇ ਰਾਜਨੀਤਿਕ ਇੱਛਾ ਨੂੰ, ਉਹ ਅਜੇ ਬੜਾ ਆਈ ਥਿੰਕ ਜਿਹੜਾ ਨਾ ਉਹ ਐਪਰੋਪਰੀਏਟ ਸਮਾਂ ਇਸ ਗੱਲ ਦਾ ਨਹੀਂ ਹੈਗਾ ਅਜੇ। ਤੇ ਪਾਰਟੀ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ, ਸਪੋਕਸਮੈਨ ਦੀ ਜ਼ਿੰਮੇਵਾਰੀ ਦਿੱਤੀ ਹੈ, ਅਤੇ ਨਾਰਥ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੇ ਦਿੱਤੀ ਹੈ ਜੀ। ਉਹਨਾਂ ਕੋਲੋਂ ਸਲਾਹ ਲਈ ਦੀ ਹੈ, ਉਹਨਾਂ ਕੋਲੋਂ ਅਗਵਾਈ ਲਈ ਦੀ ਹੈ, ਉਹਨਾਂ ਕੋਲੋਂ ਕੁਛ ਦੁਵਿਧਾ ਹੋਵੇ ਮਨ 'ਚ ਵੀ ਕੀ ਗੱਲ ਕਰਨੀ ਹੈ, ਫਿਰ ਉਹਨਾਂ ਨੂੰ ਪੁੱਛ ਲਈਦਾ ਜੀ, ਠੀਕ ਹੈ ਜੀ। ਅਜੇ ਤਾਂ ਪਾਰਟੀ ਨੇ ਇੰਨੀ ਹੀ ਜ਼ਿੰਮੇਵਾਰੀ ਲਾਈ ਹੈ ਕਿ ਨਾਰਥ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਘਰ ਘਰ ਪਹੁੰਚਾਉਣਾ, ਉਸ ਜ਼ਿੰਮੇਵਾਰੀ ਨੂੰ ਕੋਸ਼ਿਸ਼ ਕਰੀ ਦੀ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਉਹਨਾਂ ਦੀ ਕਿਰਪਾ ਨਾਲ ਘਰ ਘਰ ਪਹੁੰਚਾਵਾਂਗੇ। ਅੱਛਾ ਸੰਕੇਤ ਦੇ ਦਿੱਤਾ ਤੁਸੀਂ ਲੋਕਾਂ ਨੂੰ ਵੀ, ਪ੍ਰਵਕਤਾ ਤੁਸੀਂ ਪੰਜਾਬ ਦੇ ਹੋ, ਲੇਕਿਨ ਹਲਕਾ ਇੱਕੋ ਹੀ ਚੁਣਿਆ, ਪਾਰਟੀ ਨੇ ਵੀ ਤੁਹਾਨੂੰ ਮਜ਼ਬੂਤ ਕਰਨ ਵਾਸਤੇ ਤੁਹਾਨੂੰ ਅੱਗੇ ਲਾਇਆ, ਨਾ ਵੀ ਤੁਸੀਂ ਸਾਫ਼ ਕਰੋ ਇਹ ਗੱਲ, ਲੋਕ ਸਮਝਦੇ ਤੁਸੀਂ ਆਪ ਹੀ ਕਿਹਾ ਨਹੀਂ। ਅਜੇ ਦੇਖੋ ਉਹ ਸਭ ਜਾਣਦੀ, ਦੇਖੋ ਮੈਂ ਫਿਰ ਉੜਾ ਜੀ ਤੁਸੀਂ ਗੱਲ ਨੂੰ ਘੁਮਾਤਾ ਵਾ, ਤੁਹਾਡਾ ਚੈਨਲ ਹੈ, ਤੁਸੀਂ ਗੱਲ ਨੂੰ ਘੁਮਾ ਕੇ ਜਨਤਾ ਦੇ ਸਾਹਮਣੇ ਪੇਸ਼ ਕਰਤਾ, ਪਰ ਹਰ ਚੀਜ਼ ਦਾ ਇੱਕ ਸਮਾਂ ਵਾ ਜੀ, ਹਰ ਚੀਜ਼ ਨੂੰ ਐਲਾਨ ਕਰਨ ਦਾ ਇੱਕ ਅਥਾਰਟੀ ਆ ਹਰ ਚੀਜ਼ ਦੀ। ਵੇਖੋ ਮੈਂ ਇਹ ਕੋਈ ਕਮਿਟਮੈਂਟ ਲੈ ਕੇ ਜਾਂ ਕੋਈ ਟਿਕਟ ਦੀ ਦੌੜ ਦੇ ਵਿੱਚ ਨਹੀਂ ਹੈਗਾ ਜੀ, ਮੈਂ ਪੁੱਛਿਆ ਠੀਕ ਹੈ ਜੀ, ਮੈਂ ਤੁਹਾਨੂੰ ਦੱਸਣ ਲੱਗਾ ਜੀ। ਅਤੇ ਉਹਦੇ ਨਾਲ ਫਿਰ ਕੀ ਹੁੰਦਾ ਕਿ ਜੋ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ, ਜਿਸ ਪਾਰਟੀ 'ਚ ਅਗਰ ਤੁਹਾਡਾ ਮਨ ਖੁਸ਼ ਆ, ਜਿਸ ਪਾਰਟੀ ਦੀ ਗੱਲ ਕਰਕੇ ਤੁਹਾਡਾ ਦਿਲ ਖੁਸ਼ ਆ, ਜਿਹਦੀ ਗੱਲ ਤੁਸੀਂ ਪਬਲਿਕ 'ਚ ਨਿਸ਼ੰਗ ਹੋ ਕੇ ਜਿਹਦਾ ਪ੍ਰਚਾਰ ਤੁਸੀਂ ਦਿਲ ਖੋਲ੍ਹ ਕੇ ਕਰ ਸਕਦੇ ਜੇ ਨਾ, ਉਸ ਪਾਰਟੀ 'ਚ ਮੈਂ ਹੈਗਾ ਹੁਣ ਇਸ ਵੇਲੇ। ਆਪਣਾ ਮੈਂ ਮਨ ਉਹ ਦਿਲ ਤੋਂ ਜੋ ਕੁਛ ਕਰ ਸਕਦੇ ਨਾ ਉਹ ਕਰ ਰਹੇ ਇਸ ਪਾਰਟੀ ਵਾਸਤੇ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮੇਂ ਕੱਢਿਆ, ਸਾਡੇ ਸਟੂਡੀਓ ਵਿੱਚ ਆਏ। ਮੈਂ ਆਪਣੇ ਵੱਲੋਂ ਔਰ ਆਪਣੀ ਪਬਲਿਕ ਦਿਲਾਸਾ ਦੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਆਭਾਰੀ ਹਾਂ ਜੀ। ਧੰਨਵਾਦ ਜੀ, ਥੈਂਕ ਯੂ ਜੀ। ਦੋਸਤੋ ਦੇਖਿਆ ਜਿਸ ਤਰ੍ਹਾਂ ਕਈ ਪ੍ਰਸ਼ਨਾਂ ਦਾ ਉੱਤਰ ਬੜੇ ਸਰਲ ਤਰੀਕੇ ਨਾਲ ਮੈਨੀ ਸਾਹਿਬ ਨੇ ਦਿੱਤਾ, ਔਰ ਇਹ ਵੀ ਕਿਹਾ ਔਰ ਇਹ ਵੀ ਦਾਅਵਾ ਕੀਤਾ ਕਿ
ਅੰਮ੍ਰਿਤਸਰ ਹੀ ਨਹੀਂ ਪੂਰੇ ਪੰਜਾਬ 'ਚ ਕਈ ਹੋਰ ਪਾਰਟੀਆਂ ਦੇ ਜਿਹੜੇ ਨੇਤਾਗਣ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਸੰਪਰਕ 'ਚ ਨੇ, ਲੇਕਿਨ ਸਮਾਂ ਨਹੀਂ, ਦੱਸ ਨਹੀਂ ਸਕਦੇ। ਔਰ ਆਥੋਰਾਈਜ਼ ਜਿਹੜੇ ਨੇ ਇਸ ਗੱਲ ਕਰਨ ਵਾਸਤੇ, ਜਿਹੜੇ ਅਧਿਕਾਰਿਕ ਤੌਰ 'ਤੇ ਇਹਦੀ ਪੁਸ਼ਟੀ ਕਰਨਗੇ ਜਾਂ ਐਲਾਨ ਕਰਨਗੇ, ਉਹ ਪਾਰਟੀ ਦੀ ਜਿਹੜੀ ਕੋਰ ਕਮੇਟੀ ਜਾਂ ਪਾਰਟੀ ਦੇ ਰਾਸ਼ਟਰੀ ਅਧਿਕਸ਼ ਹੀ ਕਰਨਗੇ। ਉਹ ਸਮਾਂ ਦੱਸੇਗਾ। ਮੈਂ ਰਾਜੇਸ਼ ਅਰੋੜਾ ਇੱਕ ਨਵੀਂ ਸ਼ਖਸੀਅਤ ਦੇ ਨਾਲ ਹੀ ਤੁਹਾਨੂੰ ਜਲਦ ਮਿਲਾਂਗਾ। ਤਦ ਤੱਕ ਲਈ ਇਜਾਜ਼ਤ ਦਿਓ। ਨਮਸਕਾਰ।